ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹਿਲਾ ਪੰਜਵਾਂ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਟ ਪਾਗੀ ਪਾਇਆ। ਸਿਮਰ ਮਨਾ ਰਾਮ ਨਾਮ चितारे, बस रहे हृदय गुर चरण प्यारे। रहाओ काम क्रोध लोभ मोह मन लीना, बंधन काट मुकत गुर कीना। दुख सुख करत जन्म फुन मुआ, चरण कमल गुर आश्रम दिया। अगन सागर बूढ़त संसारा, नानक बाहां पकड़ सतगुर निस्तारा। श्री गुरु अर्जन साहिब जी ਦਾ ਇਹ ਸ਼ਬਦ ਬਿਲਾਵਲ ਰਾਗ ਵਿੱਚ ਹੈ। ਸਭ ਤੋਂ ਪਹਿਲੇ ਅਸੀਂ ਰਹਾਉ ਵਾਲੇ ਬੰਦ ਵੱਲ ਚੱਲਨੇ ਹਾਂ ਤੇ ਉਹ ਹੈ ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਰਹਾਉ, ਜਦ ਅਸੀਂ ਸ਼ਬਦ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਰਹਾਉ ਵੱਲ ਦੇਖੀਏ ਤੇ ਗੁਰੂ ਅਰਜਨ ਸਾਹਿਬ ਸਾਨੂੰ ਕਹਿੰਦੇ ਪਏ ਹਨ ਸਿਮਰ ਮਨਾ। ਇੱਥੇ ਗੁਰੂ ਸਾਹਿਬ ਮੇਰੇ ਮਨ ਨੂੰ ਸੰਬੋਧਿਤ ਕਰ ਰਹੇ ਹਨ। हे मेरे मन तू सिमर कर। सिमर शब्द सुनते ही इत्थे कुछ सवाल खड़े हो जाते हैं कि सिमर किवें करना है। पहला सवाल है सिमर दा भाव की है, दूजा है किवें सिमरना, तीजा किनू सिमरिए। जद गुरु साहब सानू सिमर करन दा बोलदे हन ते ਉਹ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਸਿਮਰਤੀ ਵਿੱਚ ਰੱਖਣਾ ਹੈ, ਸਾਨੂੰ ਚੇਤੇ ਵਿੱਚ ਰੱਖਣਾ ਹੈ, ਸਾਨੂੰ ਯਾਦ ਵਿੱਚ ਰੱਖਣਾ ਹੈ। ਕੀ ਚੇਤੇ ਰੱਖਣਾ ਹੈ ਇਹ ਅਸੀਂ ਹੀ ਉਦਾਹਰਨ ਇੱਕ ਐਗਜ਼ਾਮਪਲ ਤੋਂ ਸਮਝਣੇ ਦਾ ਯਤਨ ਕਰਦੇ ਹਾਂ। ਜਿਵੇਂ ਅੱਜ ਤੱਕ ਮੈਂ ਸੋਚਦੀ ਸੀ ਕਿ ਅਗਰ ਮੈਂ ਇਹਨੇ ਸੁਖਮਨੀ ਸਾਹਿਬ ਦੇ ਪਾਠ ਕਰਾਂਗੀ, ਅਗਰ ਮੈਂ ਤੇ ਗੁਰੂ ਸਾਹਿਬ ਮੇਰੀ ਇੱਛਾਵਾਂ ਪੂਰੀ ਕਰ ਦੇਣਗੇ, ਜਾਂ ਫਿਰ ਅਗਰ ਗੁਰੂ ਸਾਹਿਬ ਮੇਰੀ ਇੱਛਾਵਾਂ ਪੂਰੀ ਕਰਦੇ ਹਨ ਤੇ ਮੈਂ ਚਿੱਲੀਆਂ ਸੁਖਾਂਗੀ ਤੇ 40 ਦਿਨ ਰੋਜ਼ ਗੁਰਦੁਆਰਾ ਸਾਹਿਬ ਜਾਵਾਂਗੀ। ਸਾਨੂੰ ਲੱਗਦਾ ਹੈ ਕਿ ਇਹ ਸਾਰੇ ਕਰਮ ਕਾਂਡ ਅੰਧ ਵਿਸ਼ਵਾਸ ਕਰਕੇ ਸਾਡੀ ਇਹ ਲਾਲਚ ਵਾਲੀ ਬਿਰਤੀ ਪੂਰੀ ਹੋ ਜਾਏਗੀ। ਪਰ ਜਦ ਸਾਨੂੰ ਸਿਮਰਤੀ ਵਿੱਚ ਆਂਦਾ ਹੈ, ਸਾਨੂੰ ਚੇਤੇ ਵਿੱਚ ਆ ਗਿਆ ਕਿ ਸਾਨੂੰ ਲਾਲਚ ਦੀ ਬਿਰਤੀ ਨੂੰ ਛੱਡਣਾ ਹੈ ਤੇ ਮੈਨੂੰ ਮਿਹਨਤ ਨਾਲ ਸਭ ਕੁਝ ਹਾਸਿਲ ਕਰਨਾ ਹੈ, ਤਦ ਕੀ ਹੋਏਗਾ? ਸਭ ਕੁਝ ਤਦ ਕੀ ਹੋਏਗਾ? ਮੈਨੂੰ ਸੰਤੋਖ ਕੰਟੈਂਟਮੈਂਟ ਦਾ ਆਭਾਸ ਹੋਏਗਾ। ਮੇਰੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਮੈਨੂੰ ਇਹ ਚੇਤੇ ਰੱਖਣਾ ਹੈ, ਇਹ ਸਿਮਰਤੀ ਵਿੱਚ ਰੱਖਣਾ ਹੈ ਕਿ ਜਿਸ ਗੁਰੂ ਦੀ ਮੈਂ ਗੱਲਾਂ ਮੈਂ ਕਰਦੀ ਪਈ ਹਾਂ ਉਹ ਤੇ ਮੇਰੇ ਅੰਦਰ ਹੀ ਹਨ। ਤੇ ਜਦ ਸਮਾਂ ਆਂਦਾ ਹੈ ਇੱਕ ਡਿਸੀਜਨ, ਇੱਕ ਫੈਸਲਾ ਲੈਣ ਦਾ, ਤੇ ਮੈਨੂੰ ਇਹ ਸਮਝਣਾ ਪਏਗਾ ਕਿ ਮੈਂ ਜੋ ਫੈਸਲਾ ਲੈਂਦੀ ਪਈ ਹਾਂ ਉਸ ਵੇਲੇ ਗੁਰੂ ਸਾਹਿਬ ਜੀ ਦਾ ਕੀ ਫੈਸਲਾ, ਕੀ ਡਿਸੀਜਨ ਹੋਏਗਾ। ਕਿ ਉਹ ਡਿਸੀਜਨ, ਉਹ ਫੈਸਲਾ ਠੱਗੀ ਵਾਲਾ ਹੋਏਗਾ ਜਾਂ ਫਿਰ ਉਹ ਸੱਚ ਵਾਲਾ ਹੋਏਗਾ। ਕੀ ਉਹ ਫੈਸਲਾ ਬਾਹਰ ਪਟਕਣ ਵਾਲਾ ਹੋਏਗਾ ਜਾਂ ਆਪਣੇ ਅੰਦਰ ਨੂੰ ਪਹਿਚਾਨਣ ਵਾਲਾ ਹੋਏਗਾ। ਚਲੋ ਜੀ ਅਗਲੇ ਸਵਾਲ ਵੱਲ ਚੱਲਦੇ ਹਾਂ। ਸਾਨੂੰ ਕਿਹਨੂੰ ਸਿਮਰਨਾ ਹੈ? ਗੁਰੂ ਸਾਹਿਬ ਕਹਿੰਦੇ ਪਏ ਹਨ ਰਾਮ ਨਾਮ। ਰਾਮ ਨਾਮ ਦਾ ਕੀ ਮਤਲਬ ਹੈ? ਹੁਣ ਰਾਮ ਦਾ ਮਤਲਬ ਹੈ ਰਮਿਆ ਵਿਆ, ਹਰ ਜਗ੍ਹਾ, ਤੇ ਨਾਮ ਦਾ ਮਤਲਬ ਹੈ ਹੁਕਮ, ਹੁਕਮ ਕੁਦਰਤ ਤੇ ਨਿਯਮਾਵਲੀ। ਗੁਰੂ ਸਾਹਿਬ ਸਾਨੂੰ ਗੁਰਬਾਣੀ ਤੋਂ ਸਮਝਾਉਂਦੇ ਪਏ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਨੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਗੁਰ ਦਿਆ ਬੁਝਾਈ ਜੀ। ਤੇ ਇਸ ਤੋਂ ਸਾਨੂੰ ਇਹ ਸਮਝ ਆਂਦਾ ਹੈ ਕਿ ਜੋ ਗੁਰੂ ਸਾਹਿਬ ਦਾ ਹੁਕਮ ਹੈ, ਲਾਅ ਆਫ ਨੇਚਰ ਹੈ, ਉਸਨੂੰ ਸਾਨੂੰ ਹਮੇਸ਼ਾ ਫੋਲੋ ਕਰਨਾ ਚਾਹੀਦਾ ਹੈ। ਤੇ ਜਦ ਉਸਨੂੰ ਅਸੀਂ ਤੋੜਨੇ ਹਾਂ, ਅਸੀਂ ਉਸਨੂੰ ਬ੍ਰੇਕ ਕਰਨੇ ਹਾਂ ਤੇ ਉਸਦਾ ਅੰਜਾਮ, ਉਸਦਾ ਰਿਪਰਕਸ਼ਨ ਸਾਨੂੰ ਭੁਗਤਣਾ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗੁਰੂ ਸਾਹਿਬ ਦਾ ਹੁਕਮ, ਲਾਅ ਆਫ ਨੇਚਰ ਹਨ, ਜਿਵੇਂ ਪਾਣੀ ਦਾ ਸੁਭਾਵ ਹੈ ਕਿ ਉਹ ਨਿਵਾਨ ਵਾਲੇ ਪਾਸੇ ਜਾਂਦਾ ਹੈ। ਪਾਣੀ ਨੂੰ ਜਿਸ ਸ਼ੇਪ ਵਿੱਚ ਪਾਓ ਉਹ ਉਹੀ ਸ਼ੇਪ ਵਿੱਚ ਢਲ ਜਾਂਦਾ ਹੈ। ਅੱਗ ਦਾ ਸੁਭਾਵ ਹੈ ਕਿ ਉਹ ਤਪਿਸ਼ ਦਿੰਦੀ ਹੈ। ਹਵਾ ਦਾ ਇੱਕ ਨਿਯਮ ਹੈ
कि वो जिस डायरेक्शन में जाती है वो उसी डायरेक्शन में जाती है, वो अपना डायरेक्शन चेंज नहीं करती। इसनों गुरु साहब कहते हैं, गावण तुदनो पवन पानी बै संतर, तीनों नियम के अनुसार चलते पे हैं। सिमिलरली असी भी कुदरती तौर ते इंसान बने हाँ, ते असी अपना नियम किवें पूरा करांगे? इंसानियत भरपूर कम करके। ते गावण तुदनो पवन पानी बै संतर, तो ये चीज समझ आ गई कि जिवें वो अपने फर्ज पूरे करते पे हैं, असी भी अपनी इंसानियत भरपूर जिंदगी जीनी है। ते अगले सवाल पर चलने आ। अगला सवाल है किवें सिमरना है? गुरु साहब कहते पे हैं, चित लाके, डोंट बी सुपरफिशियल। इसमें एक एग्जांपल नाल समझने आ। दो बच्चे हैं, एक बच्चा 1 घंटा पूरी एकाग्रता नाल पढ़ाई करता है ते दूजा बच्चा 4 घंटे टीवी ते मोबाइल नाल बैठ के पढ़ाई करता है। ते उस एक बच्चे दे जो 1 घंटा पढ़ाई करता है, टाइम फ्रूटफुल ते प्रोडक्टिव होया, ते जो 4 घंटे पढ़ता है उसका टाइम प्रोडक्टिव ते फ्रूटफुल नहीं होया। ते सानू ये नहीं देखना है कि केड़ा बच्चा किन्ने घंटे पढ़ाई करता है, सानू ये देखना है कि कौन अपना टाइम नु फ्रूटफुल ते प्रोडक्टिव करता है। ते गुरु साहब सानू इस तो ये समझाते पे हैं कि जद असी उस रमे हुए रब नु एकाग्रता नाल महसूस करांगे, तद की होएगा? सिमर मना राम नाम चितारे, बस रहे हृदय गुरचरण प्यारे। पाव तू इस राम नाम दा सिमरन कर सकती है, क्योंकि तेरे हृदय विच गुरु दे चरण वसे हन। हुण इत्थे फिर एक सवाल आ जाता है कि असी हर वेले समझिया है गुरु दा भाव ज्ञान है, गुरु दा भाव सिक्ख्या है, टेक्निक है, तो फिर हुण गुरु जी दे चरण किवें हो सकते हैं? तो गुरु साहब कहते हैं, आओ मैं तुहानू बाणी तो ही समझाना वा कि गुरु दे चरण किवें हैं। गुरु साहब कहते हैं, हृदय चरण शब्द सतगुर को, नानक बांधियो पाल। इथे एक वर्ड आ जाता है पाल। पाल का मतलब है पल्ले बंध लेना। जिवें असी कहने हाँ ना, ये गल तू पल्ले बंध ले चंगी तरह ना। गुरु साहब कहते हैं, तू अपने हृदय विच सतगुरु दे चरण वसाने हन। ओ शब्द, ओ टेक्निक, ओ सिक्ख्या ही गुरु दे चरण हैं। जिवें सानू कोई चीज बहुत चंगी लगती है तो उसनू असी हमेशा अपने कोल रखना चाहते हैं। इथे गुरु साहब जी ने एक शब्द वरतिया है, प्यारे। जदों सानू ओ टेक्निक, ओ विजडम नाल प्यार हो गया, चंगी लगन लग पई, ते असी उसनू हमेशा अपने कोल रखांगे। इस में असी एक एग्जांपल नाल समझने हैं। जिवें असी बहुत ही सोहना वाज लिया है ते उसनू टेबल दे उत्ते रख दिता। जिवें ही असी उसनू उस टेबल दे उत्ते रखने हाँ, उस टेबल की खूबसूरती और वध जाती है। इसका ये मतलब होया कि जद असी ओ टेक्निक, ओ सिक्ख्या, ओ विजडम नू अपने हृदय विच वसा लांगे ते मेरा हृदय भी कितना सोहना हो जाएगा, जिसनू गुरु साहब कहते हैं, जिथे जाए बहे मेरा सतगुरु, सो थान सुहावा राम राजे। तो रहा तो सानू की सिक्ख्या मिली? रहा तो सानू ये सिक्ख्या मिलती है कि ये जो शब्द है ना, ये मेरे मन नू संबोधित है। गुरु साहब समझाते पे हैं कि ओ लॉ ऑफ नेचर नू, ओ हुक्म नू, नियमावली नू अपने चेते विच रखना है। की चेते रखना है? कि मैंने सचियार बनना है। की चेते रखना है? कि मैंने कूड़ दी कंध नू तोड़ना है। और ये चेते क्यों रखना है? क्योंकि बस रहे हृदय गुर चरण प्यारे। ते मैनू गुरु साहब दे चरण, विजडम, हुक्म, शब्द नू चेते रख के अपने हृदय विच वसाना है। फिर की होएगा? फिर मेरा शरीर वो भी बहुत सोहना बन जाएगा ते मेरे कम्मा तो चलकेगा कि मेरे अंदर कौन वसिया हुआ है।
ਤੇ ਚਲੋ ਅਸੀਂ ਪਹਿਲੇ ਬੰਦ ਵੱਲ ਚੱਲਦੇ ਹਾਂ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਹੁਣ ਇੱਥੇ ਪਹਿਲਾ ਲਫ਼ਜ਼ ਵਰਤਿਆ ਹੈ ਭੂਲੇ। ਜਦ ਤੱਕ ਅਸੀਂ ਇਹ ਸਵੀਕਾਰ ਨਹੀਂ ਕਰਾਂਗੇ, ਮੰਨਾਂਗੇ ਨਹੀਂ ਕਿ ਅਸੀਂ ਭੁੱਲੇ ਹੋਏ ਹਾਂ, ਤਦ ਤੱਕ ਅਸੀਂ ਅਹੰਕਾਰੀ ਬਿਰਤੀ ਵਿੱਚ ਜ਼ਿੰਦਗੀ ਜੀਵਾਂਗੇ, ਮਤਲਬ ਈਗੋਇਸਟਿਕ ਰਹਾਂਗੇ, and hence we will not be able to listen to anyone. ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਨੇ ਆ। ਲੋ ਮੈਂ ਸੋਚੋ ਤੁਸੀਂ, ਮੈਂ ਪੁਣੇ ਤੋਂ ਮੁੰਬਈ ਜਾ ਰਹੀ ਹਾਂ ਤੇ ਚਲੀ ਜਾ ਰਹੀ ਹਾਂ ਤੇ ਮੈਨੂੰ ਲੱਗਦਾ ਹੈ ਬਹੁਤ ਸਮਾਂ ਬੀਤ ਗਿਆ, ਮੁੰਬਈ ਤੇ ਹੁਣ ਤੱਕ ਆਣਾ ਚਾਹੀਦਾ ਸੀ ਤੇ ਹਾਲੀ ਮੁੰਬਈ ਆਇਆ ਨਹੀਂ। ਤੇ ਮੈਨੂੰ ਲੱਗਦਾ ਹੈ ਮੈਂ ਕੋਈ ਗਲਤ ਰਾਹ ਤੇ ਪੈ ਗਈ ਹਾਂ ਤੇ ਮੈਨੂੰ ਇੱਕ ਝੁੱਗੀ ਨਜ਼ਰ ਆਉਂਦੀ ਹੈ ਤੇ ਮੈਂ ਉੱਥੇ ਉਸ ਬੰਦੇ ਨੂੰ ਪੁੱਛਣੀ ਆ ਤੇ ਉਹ ਕਹਿੰਦਾ ਹੈ, ਤੁਹਾਨੂੰ 50 ਕਿਲੋਮੀਟਰ ਪਹਿਲੇ ਸਾਈਨ ਬੋਰਡ ਨਹੀਂ ਦਿਖਿਆ? ਉਸ ਤੇ ਲਿਖਿਆ ਹੋਇਆ ਸੀ ਕਿ ਇੱਥੋਂ ਤੁਸੀਂ ਰਾਈਟ ਟਰਨ ਲੈਣਾ ਹੈ। ਸਿੱਧੇ ਹੀ ਆ ਗਏ ਤੁਸੀਂ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਇੰਨੀ ਪੜ੍ਹੀ ਲਿਖੀ, ਮੇਰੀ ਇੰਨੀ ਵੱਡੀ ਗੱਡੀ, ਮੈਂ ਇਤਨੀ ਸਿਆਣੀ, ਮੈਂ ਇਸ ਦੀ ਗੱਲ ਮੰਨ ਜਾਵਾਂਗੀ? ਹੁਣ ਆ ਗਿਆ ਮੇਰਾ ਈਗੋ ਇਸ ਵਿੱਚ। ਹੁਣ ਮੈंने डिसाइड ਕੀਤਾ ਹੁਣ ਤੇ ਮੈਂ ਸਿੱਧੇ ਹੀ ਜਾਣਾ ਹੈ, ਮੁੰਬਈ ਆਏ ਜਾਂ ਨਾ ਆਏ। ਮਤਲਬ ਜਦ ਤੱਕ ਮੈਂ ਇਹ ਸਵੀਕਾਰਾਂਗੀ ਨਹੀਂ ਕਿ ਮੈਂ ਭੁੱਲੀ ਹੋਈ ਹਾਂ, ਤਦ ਤੱਕ ਮੈਂ ਸਿੱਧੇ ਰਾਹ ਤੇ ਨਹੀਂ ਪੈ ਸਕਦੀ। ਪਰ ਜਦੋਂ ਮੈਂ ਮੰਨ ਲਿਆ ਤਾਂ ਗੁਰੂ ਸਾਹਿਬ ਕੀ ਕਹਿੰਦੇ ਹਨ? ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਮੇਰੇ ਭੁੱਲੇ ਹੋਏ ਮਨ, ਤੈਨੂੰ ਇਸ ਗਿਆਨ ਨੇ ਰਾਈਟ ਵੇ ਆਫ ਲਾਈਫ ਦੱਸਿਆ ਹੈ, ਐਸੇ ਗੁਰ ਵਡਭਾਗਾ ਨਾਲ ਮਿਲਦਾ ਹੈ। ਹੁਣ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਸੋਚਾਂ ਕਿ ਮੇਰੇ ਵੱਡੇ ਭਾਗ ਤਾਂ ਹੋਣਗੇ ਤਾਂ ਮੈਂ ਪਾਠ ਕਰਾਂਗੀ, ਜਾਂ ਫਿਰ ਜਦ ਮੇਰੇ ਵੱਡੇ ਭਾਗ ਹੋਣਗੇ ਤਾਂ ਮੈਂ ਸੁਧਰਾਂਗੀ, ਜਾਂ ਫਿਰ ਮੈਂ ਇਹ ਸੋਚਾਂ ਕਿ ਮੇਰੇ ਜਦ ਵੱਡੇ ਭਾਗ ਹੋਣਗੇ ਤਾਂ ਮੈਂ ਸਹੀ ਰਾਹ ਤੇ ਆਵਾਂਗੀ। ਗੁਰੂ ਸਾਹਿਬ ਕਹਿੰਦੇ ਹਨ, ਤੂੰ ਆਪਣੇ ਭਾਗ ਆਪੇ ਵੱਡੇ ਕਰਨੇ ਹਨ। ਇਸ ਨੂੰ ਇੱਕ ਐਗਜ਼ਾਮਪਲ ਤੋਂ ਸਮਝਨੇ ਆ। ਦੋ ਬੱਚੇ ਹਨ। ਪਹਿਲਾ ਬੱਚਾ ਪੂਰੇ ਸਾਲ ਮਿਹਨਤ ਕਰਦਾ ਹੈ, ਪੂਰੇ ਸਾਲ ਪੜ੍ਹਾਈ ਕਰਦਾ ਹੈ। ਦੂਜਾ ਬੱਚਾ ਪੂਰੇ ਸਾਲ ਮਸਤੀ ਕਰਦਾ ਹੈ, ਪੜ੍ਹਾਈ ਨਹੀਂ ਕਰਦਾ। ਐਂਡ ਵਿੱਚ ਇਹ ਸੋਚਦਾ ਹੈ ਕਿ ਮੈਂ एग्जाम ਵਿੱਚ ਕਾਪੀ ਕਰ ਲਾਂਗਾ ਜਾਂ ਮੈਂ ਨੋਟਸ ਕਾਪੀ ਕਰ ਲਾਂਗਾ ਔਰ ਜਿਵੇਂ ਤਿਵੇਂ ਅੱਛੇ ਨੰਬਰ ਲਿਆਵਾਂ। ਤੇ ਕੀ ਹੁੰਦਾ ਹੈ, एग्जाम हुए, रिजल्ट्स आए, जो बच्चा पूरे साल मेहनत की थी उसे बहुत सोहने मार्क्स आए ਤੇ ਜਿਸ ਬੱਚੇ ਨੇ ਪੂਰੇ ਸਾਲ ਮਿਹਨਤ ਨਹੀਂ ਕੀਤੀ ਉਹ ਮਸਾਂ ਪਾਸ ਹੋਇਆ। ਤੇ ਉਸ ਦੂਜੇ ਬੱਚੇ ਨੇ ਪਹਿਲੇ ਬੱਚੇ ਨੂੰ ਕਿਹਾ ਕਿ ਤੇਰੇ ਨਾ ਭਾਗ ਵੱਡੇ ਹਨ, ਤੇਰੇ ਹਮੇਸ਼ਾ ਹੀ ਮਾਰਕਸ ਕਿੰਨੇ ਅੱਛੇ ਆਉਂਦੇ ਹਨ, ਮੇਰੇ ਤੇ ਆਉਂਦੇ ਹੀ ਨਹੀਂ ਹਨ। ਤੇ ਅਸੀਂ ਉਸ ਬੱਚੇ ਨੂੰ ਕੀ ਸਮਝਾਣਾ ਹੈ ਕਿ ਇਕੁਅਲ ਅਪੋਰਚੁਨਿਟੀਜ਼ ਦੋਨੋਂ ਨੂੰ ਦਿੱਤੀਆਂ ਗਈਆਂ ਸਨ। जिसने मेहनत की थी, जिसने लॉ ऑफ नेचर ਨੂੰ फॉलो ਕੀਤਾ, उसने अपने ਭਾਗ ਆਪ ਵੱਡੇ ਕਰ ਲਏ। तो ਇਸ ਤੋਂ ਸਾਨੂੰ ਇਹ ਸਮਝ ਆਂਦਾ ਹੈ ਕਿ ਰੱਬ ਜੀ ਸਾਰਿਆਂ ਦੇ ਉੱਤੇ ਕਿਰਪਾ ਕਰਦੇ ਹਨ, ਹਮੇਸ਼ਾ ਸਹੀ ਰਾਹ ਦੱਸਦੇ ਹਨ। ਸਾਨੂੰ ਉਸ ਤੇ ਚੱਲਣਾ ਹੈ ਨਹੀਂ, ਇਹ ਸਾਡਾ ਪਰਸਨਲ ਡਿਸੀਜਨ ਹੁੰਦਾ ਹੈ। ਭਾਵ ਉਸ ਰਸਤੇ ਤੇ ਚੱਲ ਕੇ ਮੈਂ ਆਪਣੇ ਭਾਗ ਆਪੇ ਵੱਡੇ ਕਰ ਲਾਂਗੀ। ਗੁਰੂ ਸਾਹਿਬ ਪਹਿਲੇ ਬੰਦ ਵਿੱਚ ਸਾਨੂੰ ਸਮਝਾਉਂਦੇ ਪਏ ਹਨ, ਜਦੋਂ ਮੈਂ ਸਵੀਕਾਰ ਲਿਆ ਕਿ ਮੈਂ ਭੁੱਲੀ ਵੀ ਸੀ, ਤਾਂ ਮੈਂ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਆਪਣੇ ਭਾਗ ਆਪੇ ਵੱਡੇ ਕਰਨੇ ਹਨ। ਇਹ ਕਰਕੇ ਜ਼ਿੰਦਗੀ ਤੇ ਸਹੀ ਮਾਰਗ ਤੇ ਚੱਲ ਕੇ ਉਸ ਐਗਜ਼ਾਮਪਲ ਦੇ ਅਨੁਸਾਰ ਮੈਂ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਵਾਂਗੀ। ਤੇ ਹੁਣ ਮੈਂ ਭੁੱਲੀ ਹੋਈ ਸੀ, ਕਿਉਂ ਸੀ? ਇਹ ਗੁਰੂ ਸਾਹਿਬ ਸਾਨੂੰ ਦੂਜੇ ਬੰਦ ਵਿੱਚ ਸਮਝਾਉਂਦੇ ਆ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਇੱਥੇ ਵੀ ਗੁਰੂ ਸਾਹਿਬ ਮੇਰੇ ਮਨ ਨੂੰ ਸੰਬੋਧਿਤ ਕਰ ਰਹੇ ਹਨ। ਮੇਰਾ ਜਿਹੜਾ ਮਨ ਸੀ ਨਾ, ਉਹ ਭੁੱਲਿਆ ਹੋਇਆ ਸੀ। ਕਿਉਂ ਭੁੱਲਿਆ ਹੋਇਆ ਸੀ? ਕਿਉਂਕਿ ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚ ਲੀਨ ਸੀ, ਇਮੋਸ਼ਨਲੀ ਇਨਵੈਸਟਡ ਸੀ।
ਇਮੋਸ਼ਨਲੀ ਅਟੈਚ ਸੀ, ਪਰ ਕੀ ਹੋਇਆ? ਬੰਧਨ ਕਾਟ। ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਬੰਧਨ ਕਾਟ ਮੁਕਤ ਗੁਰ ਕੀਨਾ। ਕਿਉਂਕਿ ਇਹ ਕੁਦਰਤੀ ਚੀਜ਼ਾਂ ਹਨ, ਅਸੀਂ ਇਹਨਾਂ ਨੂੰ ਅਗਰ ਸੋਚੀਏ ਵੀ ਨਾ ਤਾਂ ਵੀ ਮਾਰ ਨਹੀਂ ਸਕਨੇ ਆ। ਅਗਰ ਅਸੀਂ ਕਾਮ ਨੂੰ ਮਾਰ ਦਿੱਤਾ ਤੇ ਦੁਨੀਆ ਅੱਗੇ ਕਿਵੇਂ ਵਧੇਗੀ? ਤੇ ਸਾਨੂੰ ਇਹਨਾਂ ਵਿਕਾਰਾਂ ਦੇ ਅਧੀਨ ਨਹੀਂ ਆਣਾ ਹੈ, ਸਾਨੂੰ ਇਹਨਾਂ ਨੂੰ ਆਪਣੇ ਅਧੀਨ ਕਰਨਾ ਹੈ। ਮਤਲਬ ਸਾਨੂੰ ਸਾਡੀ એનર્ਜੀਜ਼ ਨੂੰ ਸਹੀ ਚੈਨਲਾਈਜ਼ ਕਰਨਾ ਹੈ। ਸਿੰਪਲ ਵਰਡਸ ਵਿੱਚ ਸਮਝਨੇ ਆ। ਅਗਰ ਮੈਂ ਕਾਮ ਦੇ ਅਧੀਨ ਨਹੀਂ ਆਈ ਤੇ ਮੇਰਾ ਕੈਰੈਕਟਰ ਅੱਛਾ ਰਹੇਗਾ। ਤੇ ਕ੍ਰੋਧ ਨੂੰ ਮੈਂ ਖਤਮ ਨਹੀਂ ਕਰਨਾ, ਉਹ ਮੈਂ ਕਰ ਵੀ ਨਹੀਂ ਸਕਦੀ। ਪਰ ਮੈਂ ਬਿਨਾ ਮਤਲਬ ਗੁੱਸੇ ਹੋਣ ਤੋਂ ਬਚਾਏ ਮੈਂ ਫॉर एग्जांपल मैं ਇਹ ਕਹਾਂ ਕਿ ਮੈਨੂੰ ਸਮਾਜ ਦੀ ਦਾਜ ਵਾਲੀ ਪ੍ਰਥਾ ਬਿਲਕੁਲ ਪਸੰਦ ਨਹੀਂ ਹੈ, ਮੈਨੂੰ ਇਸ ਤੇ ਬਹੁਤ ਗੁੱਸਾ ਆਉਂਦਾ ਹੈ, ਤੇ ਮੈंने ਕੀ ਕਰਨਾ ਚਾਹੀਦਾ ਹੈ? ਮੈਂ ਦਾਜ ਨਹੀਂ ਦਵਾਂਗੀ। ਤੇ ਇਸ ਨੂੰ ਕੀ ਬੋਲਦੇ ਆ ਅਸੀਂ? ਟੂ ਟ੍ਰਾਂਸਫਰ ਫਰੋਮ ਨੈਗੇਟਿਵ એનર્ਜੀ ਟੂ ਅ ਪੋਜ਼ਿਟਿਵ ਵਨ। ਗੁਰੂ ਸਾਹਿਬ ਕਹਿੰਦੇ ਹਨ, ਮੇਰੇ ਮਨ ਤੂੰ ਨੈਗੇਟਿਵ ਸੋਚਾਂ ਵਿੱਚ ਸੀ, ਇਸ ਕਰਕੇ ਇਹ ਸਾਰੀ ਚੀਜ਼ਾਂ ਵਿਕਾਰ ਬਣੀਆਂ। ਇਹ ਕਾਮ ਜਾਂ ਕ੍ਰੋਧ ਨੂੰ ਮੈਂ ਅਗਰ ਪੋਜ਼ਿਟਿਵਲੀ ਲੈ ਸਕਦੀ ਸੀ, ਪਰ ਕਿਉਂਕਿ ਮੈਂ ਨੈਗੇਟਿਵਲੀ ਇਹ ਚੀਜ਼ਾਂ ਨੂੰ ਲਿੱਤਾ, ਇਸ ਕਰਕੇ ਵਿਕਾਰ ਬਣ ਗਏ। ਜਦੋਂ ਕੋਈ ਚੀਜ਼ ਵਿਕਾਰ ਬਣ ਜਾਂਦੀ ਹੈ ਨਾ, ਤਾਂ ਅਸੀਂ ਉਸਦੇ ਵਿੱਚ ਫਸਦੇ ਜਾਂਦੇ ਆ। ਜਿਵੇਂ ਅਗਰ ਕਿਸੇ ਨੇ ਕੋਈ ਝੂਠ ਬੋਲਿਆ, ਉਸਨੂੰ ਹਮੇਸ਼ਾ ਯਾਦ ਰੱਖਣਾ ਪਏਗਾ ਕਿ ਉਸਨੇ ਕੀ ਝੂਠ ਬੋਲਿਆ ਸੀ, ਤੇ ਉਹ ਬੰਧਨ ਪੈ ਗਿਆ ਨਾ। ਬਲਕਿ ਅਗਰ ਕਿਸੇ ਨੇ ਸੱਚ ਬੋਲਿਆ ਹੋਏਗਾ, ਉਸਨੂੰ ਕਦੀ ਯਾਦ ਹੀ ਨਹੀਂ ਰੱਖਣਾ ਪੈਂਦਾ, ਕਿਉਂਕਿ ਯਾਦ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਪਏ ਹਨ ਕਿ हे ਮੇਰੇ ਮਨਾ, ਤੂੰ ਇਹ ਸਾਰੇ ਵਿਕਾਰਾਂ ਦੇ ਵਿੱਚ ਲੀਨ ਸੀ, ਪਰ ਤੂੰ ਕੀ ਕੀਤਾ? ਪਹਿਲੇ ਵਨ ਵਿੱਚ ਤੂੰ ਮੰਨ ਗਈ ਕਿ ਤੂੰ ਭੁੱਲੀ ਹੋਈ ਸੀ। ਗੁਰੂ ਸਾਹਿਬ ਨੇ ਜਦ ਸਹੀ ਰਾਹ ਦੱਸੀ ਤੇ ਕੀ ਹੋਇਆ? ਬੰਧਨ ਕਾਟ। ਜੋ ਬੰਧਨ ਪੈ ਗਿਆ ਸੀ ਨਾ ਇਹਨਾਂ ਵਿਕਾਰਾਂ ਦਾ, ਗੁਰੂ ਸਾਹਿਬ ਨੇ ਕੀ ਕੀਤਾ? ਇਹ ਕੱਟ ਦਿੱਤਾ। ਮੁਕਤ ਗੁਰ ਕੀਨਾ। ਤੇ ਕੀ ਹੋਇਆ? ਮੈਨੂੰ ਜੀਂਦੇ ਜੀ ਮੁਕਤੀ ਮਿਲ ਗਈ। ਮਰਨ ਦੇ ਬਾਅਦ ਕੀ ਸਵਰਗ ਕੀ ਨਰਕ ਵਿੱਚ ਮੈਨੂੰ ਪੈਣਾ ਹੀ ਨਹੀਂ ਹੈ। ਮੈਨੂੰ ਮੁਕਤ ਹੋ ਕੇ ਜੀਵਨ ਦਾ ਆਨੰਦ ਲੈਣਾ ਹੈ। ਮੈਨੂੰ ਆਪਣੇ ਰਿਲੇਸ਼ਨਸ, ਫੈਮਿਲੀ ਨੂੰ ਸਵਰਗ ਬਣਾਉਣਾ ਹੈ ਅੱਜ। ਤੇ ਗੁਰੂ ਸਾਹਿਬ ਸਾਨੂੰ ਰਾਹ ਵਿੱਚ ਕਿਹਾ ਹੈ, ਸਿਮਰ ਮਨਾ। ਪਹਿਲੇ ਪੰਨ ਵਿੱਚ ਕਿਹਾ ਹੈ, हे ਮੇਰੇ ਭੁੱਲੇ ਵੇ ਮਨਾ। ਤੇ ਦੂਜੇ ਪੰਨ ਵਿੱਚ ਕਿਹਾ ਹੈ, ਇਹਨਾਂ ਵਿਕਾਰਾਂ ਵਿੱਚ ਮੇਰਾ ਮਨ ਲੀਨ ਸੀ। ਆਓ ਦੇਖਨੇ ਆ ਕਿ ਗੁਰੂ ਸਾਹਿਬ ਸਾਨੂੰ ਤੀਜੇ ਪੰਨ ਵਿੱਚ ਕੀ ਸਿਖਾਉਂਦੇ। ਦੁੱਖ ਸੁਖ ਕਰਤ ਜਨਮ ਫੁਨ ਮੁਆ, ਚਰਨ ਕਮਲ ਗੁਰ ਆਸ਼ਰਮ ਦਿਆ। ਹੁਣ ਇਹ ਜੋ ਮੇਰਾ ਮਨ ਸੀ ਨਾ, ਇਹ ਮੈਨੂੰ ਟੈਂਪਰਰੀ ਪਲੇਜ਼ਰਸ ਲਈ ਕਦੀ ਗ੍ਰੀਡੀ, ਕਦੀ ਲਾਲਚੀ ਬਣਾਉਂਦਾ ਸੀ। ਤੇ ਜਦੋਂ ਵੀ ਮੈਨੂੰ ਕੋਈ ਚੀਜ਼ ਮਿਲ ਜਾਂਦੀ ਨਾ, ਤੇ ਮੈਂ ਰੋਡ ਤੇ ਖੜੇ ਹੋ ਕੇ ਭੰਗੜੇ ਪਾਉਂਦੀ। ਤੇ ਮੇਰੇ ਕੋਲੋਂ ਅਗਰ ਕੋਈ ਚੀਜ਼ ਚਲੀ ਜਾਂਦੀ ਤੇ ਮੈਂ ਡਿਪਰੈਸ਼ਨ ਵਿੱਚ ਚਲੀ ਜਾਂਦੀ। ਗੁਰੂ ਸਾਹਿਬ ਕਹਿੰਦੇ ਹਨ, ਤੂੰ ਇਸ ਜ਼ੋਨ ਚੋਂ ਉੱਠੀ ਉੱਠ ਜਾ। ਮੈਨੂੰ ਤੈਨੂੰ ਇਹ ਟੈਂਪਰਰੀ ਪਲੇਜ਼ਰ ਵਿੱਚ ਰੱਖਣਾ ਹੀ ਨਹੀਂ ਹੈ। ਤੂੰ ਇੱਕ ਆਨੰਦ ਦੀ ਅਵਸਥਾ ਵਿੱਚ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈ। ਅਸੀਂ ਦੇਖਦੇ ਹਾਂ ਨਾ, ਬਾਹਰੀ ਤੌਰ ਤੇ ਇੱਕ ਬਿਲਡਿੰਗ ਨੂੰ ਉਸਦੇ ਪਿਲਰ ਸਪੋਰਟ ਕਰਦੇ ਹਨ। ਸਿਮਿਲਰਲੀ ਗੁਰੂ ਸਾਹਿਬ ਸਾਨੂੰ ਕਹਿੰਦੇ ਪਏ ਹਨ, ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਜਿਵੇਂ ਇੱਕ ਬਿਲਡਿੰਗ ਨੂੰ ਪਿਲਰ ਸਪੋਰਟ ਦਿੰਦੇ ਹਨ, ਤਿਵੇਂ ਹੀ ਸ਼ਬਦ, ਨੌਲੇਜ, ਗਿਆਨ ਮੇਰੇ ਮਨ ਨੂੰ ਸਪੋਰਟ ਦਿੰਦਾ ਹੈ, ਤਾਂ ਕਿ ਮੇਰਾ ਮਨ ਇੱਕਦਮ ਨਾਲ ਹੀ ਬਿਨਾ ਮਤਲਬ ਈਗੋ ਦੇ ਵਿੱਚ ਆ ਜਾਵੇ ਤੇ ਕਦੀ ਬਿਲਕੁਲ ਹੀ ਡਿਪਰੈਸ਼ਨ ਵਿੱਚ ਨਾ ਚਲਾ ਜਾਵੇ। ਗੁਰੂ ਸਾਹਿਬ ਕਹਿੰਦੇ ਹਨ, ਇਹ ਜੋ ਤੂੰ ਟੈਂਪਰਰੀ ਪਲੇਜ਼ਰਸ ਲਈ ਛੋਟੀ ਛੋਟੀ ਚੀਟਿੰਗ ਦਾ ਸੁਭਾਅ ਬਣਾ ਲਿਆ ਹੈ ਨਾ, ਇਸ ਤੋਂ ਤੂੰ ਉੱਤੇ ਹੀ ਉੱਡ ਜਾ। ਕਿਉਂਕਿ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜੋ ਬਾਹਰਲੇ ਦੁੱਖ ਸੁੱਖ ਹੈ ਨਾ,
ਇਹ ਤੇ ਪਾਰਟ ਐਂਡ ਪਾਰਸਲ ਆਫ ਲਾਈਫ ਹੀ ਹਨ। ਤੂੰ ਜ਼ਿੰਦਗੀ ਵਿੱਚ ਕਾਮ ਰਹਿਣਾ ਸਿੱਖ ਲੈ। ਦੁੱਖ ਸੁੱਖ ਕਰਤ ਜਨਮ ਫੁਨ ਮੂਆ। ਬਟ ਇਹ ਟੈਂਪਰਰੀ ਪਲੇਜਰ ਵਿੱਚ, ਇਹਦੇ ਖੇਲ ਵਿੱਚ, ਇਹ ਲਾਲਚ ਦੀ ਬਿਰਤੀ ਵਿੱਚ, ਇਹ ਗਰੀਡ ਦੇ ਫੀਅਰ ਵਿੱਚ, ਇਹ ਖੇਲ ਦੇ ਵਿੱਚ ਮੈਂ ਆਤਮਕ ਮੌਤ ਮਰਦੀ ਪਈ ਸੀ। ਮੈਂ ਕਦੀ ਜਿੰਦੀ ਸੀ ਤੇ ਕਦੀ ਮਰ ਜਾਂਦੀ ਸੀ। ਪਰ ਕੀ ਹੋਇਆ? ਚਰਨ ਕਮਲ ਗੁਰ ਆਸ਼ਰਮ ਦਿਆ, ਗੁਰੂ ਸਾਹਿਬ ਨੇ ਸਹਾਰਾ ਦਿੱਤਾ ਰੱਬ ਜੀ ਦੇ ਸੋਹਣੇ ਚਰਨ ਕਮਲਾਂ ਦਾ। ਤੇ ਅਸੀਂ ਦੇਖਦੇ ਹਾਂ ਬਾਣੀ ਵਿੱਚ ਅਨੇਕ ਥਾਂ ਤੇ ਚਰਨ ਦੇ ਨਾਲ ਵਰਡ ਯੂਜ਼ ਕੀਤਾ ਜਾਂਦਾ ਹੈ ਕਮਲ। ਕਿਉਂ ਯੂਜ਼ ਕੀਤਾ ਜਾਂਦਾ ਹੈ? ਇਹ ਜੋ ਕਮਲ ਫੁੱਲ ਹੁੰਦਾ ਹੈ ਨਾ, ਇਹ ਚਿੱਕੜ ਵਿੱਚ ਉਗਦਾ ਹੈ, ਪਰ ਤੁਸੀਂ ਵੇਖਦੇ ਹੋ ਉਸਦੀ ਪੰਖੁੜੀ ਤੇ ਚਿੱਕੜ ਦਾ ਕੋਈ ਇਫੈਕਟ, ਕੋਈ ਪ੍ਰਭਾਵ ਨਹੀਂ ਪੈਂਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਦੁਨੀਆ ਨੂੰ ਤੈਨੂੰ ਰਿਨਾਉਂਸ ਨਹੀਂ ਕਰਨਾ ਹੈ ਕਿ ਦੁਨੀਆ ਛੱਡ ਕੇ ਤੂੰ ਜਾਣ ਵਾਲੀ ਹੈ, ਕਿਉਂਕਿ ਰੱਬ ਜੀ ਤੇ ਤੇਰੇ ਅੰਦਰ ਹੀ ਹੈ ਨਾ। ਪਰ ਜੋ ਚੀਜ਼ਾਂ ਤੈਨੂੰ ਨੈਗੇਟਿਵ ਨਜ਼ਰ ਆਉਂਦੀਆਂ ਹਨ, ਉਸਦਾ ਪ੍ਰਭਾਵ ਆਪਣੀ ਜ਼ਿੰਦਗੀ ਤੇ ਨਾ ਪੈਣ ਦੇ। ਜੇ ਅਗਰ ਨਹੀਂ ਪੈਣ ਦਿੱਤਾ ਤੇ ਜੋ ਵੀ ਨੈਗੇਟਿਵਿਟੀ ਤੇਰੇ ਆਸ-ਪਾਸ ਹੋਏਗੀ ਉਹ ਤੇਰੇ ਤੇ ਇੰਪੈਕਟ ਹੀ ਨਹੀਂ ਕਰੇਗੀ। ਗੁਰੂ ਸਾਹਿਬ ਸਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਂਦੇ ਕਿ ਮੇਰਾ ਜੋ ਜੀਵਨ ਸੀ ਨਾ, ਉਹ ਟੈਂਪਰਰੀ ਪਲੇਜ਼ਰ, ਟੈਂਪਰਰੀ ਬਲਿਸ ਦੇ ਵਿੱਚ ਕਦੀ ਚੀਟਿੰਗ ਕਰਦਾ, ਕਦੀ ਲਾਲਚੀ ਹੋ ਜਾਂਦਾ, ਕਦੀ ਫੀਅਰਫੁਲ ਹੋ ਜਾਂਦਾ, ਤੇ ਰੋਜ਼ ਹੀ ਅਲੱਗ ਇੱਕ ਸਟੇਟ ਆਫ ਮਾਈਂਡ ਵਿੱਚ ਹੁੰਦਾ। ਪਰ ਗੁਰੂ ਸਾਹਿਬ ਸਾਨੂੰ ਕਾਮ ਹੋਣ ਦਾ ਕਹਿੰਦੇ ਹਨ। ਜਿਵੇਂ ਗਿਆਨ ਨੇ ਰੱਬ ਜੀ ਦੇ ਸੋਹਣੇ ਚਰਨ ਕਮਲਾਂ ਦਾ ਆਸਰਾ ਦਿੱਤਾ ਹੈ, ਭਾਵ ਜਦੋਂ ਮੈਂ ਰੱਬ ਜੀ ਨੂੰ ਆਪਣੇ ਅੰਦਰ ਮਹਿਸੂਸ ਕਰ ਲਿਆ ਤੇ ਮੈਂ ਇਹ ਟੈਂਪਰਰੀ ਪਲੇਜਰਸ ਦੇ ਖੇਲ ਵਿੱਚ ਕਦੀ ਚੀਟਿੰਗ ਨਹੀਂ ਕਰਾਂਗੀ। ਮੈਂ ਕਾਮ ਕ੍ਰੋਧ ਦੇ ਵਿੱਚ ਨਹੀਂ ਫਸਾਂਗੀ। ਜੇ ਮੈਨੂੰ ਇਹ ਗੱਲ ਸਮਝ ਆ ਗਈ ਨਾ, ਤੇ ਗੁਰੂ ਸਾਹਿਬ ਸਾਨੂੰ ਆਖਿਰਲੇ ਬੰਦ ਵਿੱਚ ਕੀ ਸਮਝਾਉਂਦੇ ਪਏ ਹਨ? ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਗੁਰ ਨਿਸਤਾਰਾ। ਜੋ ਮੇਰਾ ਮਨ ਸੀ ਨਾ, ਇਹ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਫਸਿਆ ਹੋਇਆ ਸੀ, ਦੁੱਖ ਸੁੱਖ ਦੇ ਵਿੱਚ ਫਸਿਆ ਹੋਇਆ ਸੀ। ਇਸਨੂੰ ਗੁਰੂ ਸਾਹਿਬ ਕਹਿੰਦੇ ਨੇ ਅਗਨ ਸਾਗਰ। ਅਸੀਂ ਪੜ੍ਹਦੇ ਹਾਂ ਨਾ, ਤਿਤ ਸਰਵਰੜੇ ਪਈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਹੁਣ ਜਿਹੜਾ ਮੇਰਾ ਮਨ ਸੀ ਨਾ, ਉਹ ਸਿੱਖ ਸਰੋਵਰ ਦੇ ਵਿੱਚ ਫਸਿਆ ਹੋਇਆ ਸੀ, ਜਿਸ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਨਾਲ ਮੋਹ ਦਾ ਚਿੱਕੜ ਹੈ। ਹੁਣ ਤ੍ਰਿਸ਼ਨਾ ਦੀ ਅੱਗ ਹੈ, ਮੋਹ ਦਾ ਚਿੱਕੜ ਹੈ, ਮੈਂ ਇਸ ਦੇ ਵਿੱਚ ਡੁੱਬੀ ਪਈ ਹਾਂ। ਹੁਣ ਅਗਰ ਮੈਂ ਡੁੱਬੀ ਪਈ ਹਾਂ ਤੇ ਗੁਰੂ ਸਾਹਿਬ ਮੈਨੂੰ ਇਹ ਸਮਝਾਉਂਦੇ ਪਏ ਹਨ ਕਿ ਅਗਨ ਸਾਗਰ ਬੂੜਤ ਸੰਸਾਰਾ। ਮੇਰਾ ਜੋ ਸੰਸਾਰ ਹੈ ਨਾ, ਸੰਸਾਰ ਮਤਲਬ ਇੱਥੇ ਮੇਰੀ ਗੱਲ ਹੁੰਦੀ ਪਈ ਹੈ, ਪੂਰਾ ਸ਼ਬਦ ਮੇਰੇ ਮਨ ਦੀ ਗੱਲ ਕਰ ਰਿਹਾ ਹੈ। ਇੱਥੇ ਮੇਰਾ ਜੋ ਸੰਸਾਰ ਦੀ ਗੱਲ ਹੋ ਰਹੀ ਹੈ ਨਾ, ਕਿ ਉਸ ਤ੍ਰਿਸ਼ਨਾ ਦੀ ਅੱਗ ਵਿੱਚ ਮੇਰੀ ਅੱਖ, ਮੇਰੀ ਜ਼ੁਬਾਨ, ਮੇਰੇ ਪੈਰ ਡੁੱਬੇ ਪਏ ਸੀ ਨਾ। ਪਰ ਕੀ ਹੋਇਆ? ਪਰ ਨਾਨਕ ਬਾਹਾਂ ਪਕੜ ਸਤਗੁਰ ਨਿਸਤਾਰਾ। ਉਸ ਗਿਆਨ ਨੇ ਮੈਨੂੰ ਉਸ ਤ੍ਰਿਸ਼ਨਾ ਦੀ ਅੱਗ ਦੇ ਸਰੋਵਰ ਵਿੱਚੋਂ ਬਾਹ ਪਕੜ ਕੇ ਕੱਢ ਦਿੱਤਾ। ਹੁਣ ਬਾਹਾਂ ਪਕੜਨੇ ਦਾ ਮਤਲਬ ਇਹ ਨਹੀਂ ਹੈ ਕਿ ਫਿਜ਼ੀਕਲੀ ਜਾ ਕੇ ਬਾਹ ਫੜ ਲੈਣੀ। ਕਈ ਵਾਰੀ ਅਸੀਂ ਇਹ ਕਹਾਵਤ ਬੋਲਦੇ ਵੀ ਹਾਂ ਤੇ ਕਦੀ ਸੁਣੀ ਵੀ ਹੋਏਗੀ ਕਿ ਜਦੋਂ ਮੈਨੂੰ ਜ਼ਰੂਰਤ ਸੀ, ਇਸਨੇ ਮੇਰੀ ਉਸ ਟਾਈਮ ਤੇ ਬਾਹ ਪਕੜੀ। What does this mean? ਕਿ ਜਦੋਂ ਵੀ ਮੈਨੂੰ ਨੀਡ ਸੀ, ਇਹ ਮੇਰੇ ਨਾਲ ਖੜੀ ਸੀ। ਭਾਵ ਕੀ ਨਿਕਲਦਾ ਹੈ? ਜਦੋਂ ਮੈਂ ਤ੍ਰਿਸ਼ਨਾ ਦੇ ਅੱਗ ਦੇ ਸਰੋਵਰ ਵਿੱਚ ਡੁੱਬਦੀ ਪਈ ਸੀ, ਜਦੋਂ ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਗਲਤ ਫੈਸਲੇ ਲੈਂਦੀ ਪਈ ਸੀ, ਉਹ ਸੱਚੇ ਗਿਆਨ ਨੇ ਮੈਨੂੰ ਉਸ ਵਕਤ ਆਸਰਾ ਦਿੱਤਾ, ਸਪੋਰਟ ਦਿੱਤਾ, ਤਾਂ ਕਿ ਜ਼ਿੰਦਗੀ ਵਿੱਚ ਰਾਈਟ ਫੈਸਲੇ ਲੈ ਕੇ ਮੈਂ ਜੀਤੇ ਜੀ ਇਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੁਕਤ ਹੋ ਜਾਵਾਂ। ਔਰ ਇਨਾ ਤੋਂ ਮੁਕਤ ਹੋਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? ਜੋ ਗੁਰੂ ਸਾਹਿਬ ਨੇ ਸਾਨੂੰ ਪਹਿਲੇ ਬੰਦ ਵਿੱਚ ਸਮਝਾਇਆ ਹੋਇਆ ਹੈ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਭੁੱਲਾਂ ਚੁੱਕਾਂ ਦੀ ਖਿਮਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।